बिस्मिल्लाहिर्रहमानिर्रहीम अस्सलाम वालेकुम। की हाल है तुहाडा? सब ठीक ठाक हो? अज आप बनावांगे बड़ी ही वधिया जी नई रेसिपी जिन्हों बनाने का तरीका बड़ा ही आसान है तो बनती बड़ी स्वादी है। तो फिर बिना टाइम ज़ाया किए आप अपनी इस वधिया जी रेसिपी नूं बनाना शुरू कर लेने। तो इनू बनाने वास्ते सब तो पहली चीज़ जी आपां नूं चाहिदी है ਉਹ ਨੇ ਪਿਆਜ਼। ਤੇ ਪਿਆਜ਼ ਇੱਥੇ ਲੈ ਲਏ ਅਸੀਂ 3 ਅਦਦ। ਐਵੇਂ ਕਰਕੇ ਅਸੀਂ ਬਿਲਕੁਲ ਬਰੀਕ ਬਰੀਕ ਜੇ ਕੱਟ ਲੈਣੇ ਨੇ। ਤੋਂ ਜ਼ਿਆਦਾ ਮੋਟੇ ਮੋਟੇ ਪਿਆਜ਼ ਜਿਹੜੇ ਨੇ ਨਾ ਤੁਸੀਂ ਨਾ ਕੱਟਿਆ ਜੇ, ਠੀਕ ਹੈ। 3 ਅਦਦ ਅਸੀਂ ਪਿਆਜ਼ ਲਏ ਨੇ, ਬਿਲਕੁਲ ਬਾਰੀਕ ਕੱਟ ਲਵਾਂਗੇ। ਜਦੋਂ ਤੁਸੀਂ ਬਿਲਕੁਲ ਬਾਰੀਕ ਪਿਆਜ਼ ਕੱਟ ਲਵੋ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਤਕਰੀਬਨ 2 ਅਦਦ ਅੰਡੇ। ਤੇ ਅੰਡੇ ਜਿਹੜੇ ਨੇ ਉਹ ਅਸੀਂ 2 ਪਾ ਦੇਣੇ ਨੇ। ਜੇ ਜ਼ਿਆਦਾ ਮਿਕਦਾਰ 'ਚ ਬਣਾਉਣੀ ਹੋਏ ਤੇ ਫਿਰ ਚੀਜ਼ਾਂ ਦੀ ਮਿਕਦਾਰ ਤੁਸੀਂ ਡਬਲ ਲੈ ਲਿਆ ਜੇ। ਤੇ 2 ਅਦਦ ਅੰਡੇ ਪਾਉਣ ਤੋਂ ਬਾਅਦ ਹੁਣ ਆਪਾਂ ਇਹਨਾਂ ਅੰਡਿਆਂ ਦੇ ਨਾਲ ਇਹਨਾਂ ਜਿਸ ਪਿਆਜ਼ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਸਾਰਿਆਂ ਨੂੰ ਅੰਡੇ ਜਿਹੜੇ ਨੇ ਨਾ ਚੰਗੀ ਤਰ੍ਹਾਂ ਲੱਗ ਜਾਣ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਵੇਸਣ। ਤੇ ਵੇਸਣ ਜਿਹੜਾ ਮੈਂ ਇੱਥੇ ਅੱਧਾ ਕੱਪ ਪਾਉਣ ਲੱਗੀ ਹਾਂ, ਠੀਕ ਹੈ। ਸਾਰੀਆਂ ਚੀਜ਼ਾਂ ਨੂੰ ਮੈਂ ਮਿਣ ਕੇ ਪਾਉਣ ਲਈ ਹਾਂ, ਤੁਸੀਂ ਵੀ ਉਸ ਹਿਸਾਬ ਨਾਲ ਪਾ ਲਿਆ ਜੇ। ਤੇ ਵੇਸਣ ਪਾਉਣ ਤੋਂ ਬਾਅਦ ਅੱਧਾ ਚਮਚਾ ਨਮਕ ਪਾ ਦੇਵਾਂਗੇ, ਅੱਧਾ ਚਮਚਾ ਹੀ ਹਲਦੀ ਪਾ ਦੇਵਾਂਗੇ, ਲਾਲ ਮਿਰਚ ਵੀ ਪਾ ਦੇਵਾਂਗੇ ਤਕਰੀਬਨ ਅੱਧਾ ਚਮਚ। ਤੇ ਤੁਸੀਂ ਨਮਕ ਮਿਰਚ ਹਲਦੀ ਆਪਣੇ ਹਿਸਾਬ ਨਾਲ ਪਾ ਲਿਆ ਜੇ। ਉਸ ਤੋਂ ਬਾਅਦ ਥੋੜਾ ਜਿਹਾ ਜ਼ੀਰਾ ਪਾ ਦਿੱਤਾ ਸੀ। ਜ਼ੀਰਾ ਪਾਉਣ ਤੋਂ ਬਾਅਦ ਹੁਣ ਅਸੀਂ ਸਾਬਤ ਜਿਹੜਾ ਧਨੀਆ ਹੁੰਦਾ ਨਾ ਉਹਨੂੰ ਥੋੜਾ ਜਿਹਾ ਹੱਥਾਂ ਤੇ ਤੁਸੀਂ ਦਰਦਰਾ ਕਰ ਲਿਆ ਜੋ ਵੀ 1 ਚਮਚ ਪਾ ਦੇਵਾਂਗੇ। ਪਾਉਣ ਤੋਂ ਬਾਅਦ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ। ਹੁਣ ਤੁਸੀਂ ਇਹ 'ਚ ਪਾਣੀ ਨਹੀਂ ਪਾਉਣਾ, ਬਗੈਰ ਪਾਣੀ ਪਾਏ ਨਾ ਇਹਨਾਂ ਸਾਰੀਆਂ ਸ਼ਾਵਾਂ ਨੂੰ ਪਹਿਲੇ ਮਿਕਸ ਕਰ ਲਿਆ ਜੇ, ਕਿਉਂਕਿ ਅੰਡਿਆਂ ਦੇ ਵਿੱਚ ਹੀ ਜਿਹੜਾ ਵੇਸਣ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ। ਜੇ ਜ਼ਰੂਰਤ ਹੋਏਗੀ ਤਾਂ ਬਿਲਕੁਲ ਥੋੜਾ ਜਿਹਾ ਪਾਵਾਂਗੇ, ਜ਼ਿਆਦਾ ਨਹੀਂ ਪਾਉਣਾ। ਤੇ ਇੱਥੇ ਵੇਖ ਸਕਦੇ ਹੋ ਮੈਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ। ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਧਨੀਆ ਪਾਵਾਂਗੇ, ਥੋੜੀਆਂ ਜਿਹੀਆਂ ਸਬਜ਼ ਮਿਰਚਾਂ ਪਾਤੀਆਂ 2 ਤੋਂ 3 ਬਿਲਕੁਲ ਬਰੀਕ ਕੱਟ ਕੇ। ਇੱਕ ਅੱਧਾ ਜਿਹੜਾ ਟਮਾਟਰ ਹੈ ਉਹ ਪਾ ਦੇਵਾਂਗੇ। ਹੁਣ ਇਹਦੇ ਵਿੱਚ ਸਿਰਫ 2 ਤੋਂ 3 ਚਮਚ ਜਾਂ 1 ਜਾਂ 2 ਚਮਚ ਪਾਇਆ ਜੇ ਪਾਣੀ। ਪਾਣੀ ਪਾਉਣ ਤੋਂ ਬਾਅਦ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ, ਕਿਉਂਕਿ ਬਹੁਤਾ ਪਾਣੀ ਪਾਵਾਂਗੇ ਤੇ ਇਹ ਫਿਰ ਬਹੁਤ ਜ਼ਿਆਦਾ ਪਤਲਾ ਹੋ ਜਾਏਗਾ ਤੇ ਸਾਨੂੰ ਪਤਲਾ ਨਹੀਂ ਚਾਹੀਦਾ, ਅਸੀਂ ਇਹਨੂੰ ਥੋੜਾ ਜਿਹਾ ਗਾੜਾ ਹੀ ਰੱਖਣਾ ਹੈ। ਤੇ ਆ ਵੇਖ ਸਕਦੇ ਹੋ ਅਸੀਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਇੱਥੇ ਮਿਕਸ ਕਰ ਲਿਆ। ਮਿਕਸ ਕਰਨ ਤੋਂ ਬਾਅਦ ਅਸੀਂ ਇਹਨੂੰ ਥੋੜੀ ਦੇਰ ਵਾਸਤੇ ਰੱਖ ਦੇਣਾ ਹੈ। ਤੇ ਜਿਵੇਂ ਹੀ ਆਪਾਂ ਇਹਨੂੰ ਥੋੜੀ ਦੇਰ ਰੱਖਾਂਗੇ ਨਾ ਵੇਸਣ ਥੋੜਾ ਜਿਹਾ ਹੋਰ ਜਿਹੜਾ ਨਾ ਪਤਲਾ ਹੋ ਜਾਏਗਾ, ਇਸ ਲਈ ਤੁਸੀਂ ਪਹਿਲੇ ਇਹਨੂੰ ਬਹੁਤਾ ਪਤਲਾ ਨਹੀਂ ਕਰ ਦੇਣਾ। ਤੇ ਬਸ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਿਆ। ਮਿਕਸ ਕਰਕੇ ਇਹਨੂੰ ਤਕਰੀਬਨ 10 ਕੁ ਮਿੰਟ ਵਾਸਤੇ ਰੱਖ ਦੇਵਾਂਗੇ। 10 ਮਿੰਟ ਰੱਖਣ ਤੋਂ ਬਾਅਦ ਹੁਣ ਆਪਾਂ ਲੈ ਲੈਣਾ 1 ਅਦਦ ਪੈਨ। ਤੇ ਪੈਨ ਦੇ ਵਿੱਚ ਅਸੀਂ ਤਕਰੀਬਨ ਥੋੜਾ ਜਿਹਾ ਘਿਓ ਪਾਇਆ। ਘਿਓ ਪਾਉਣ ਤੋਂ ਬਾਅਦ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਨੂੰ ਬਿਲਕੁਲ ਬਰੀਕ ਕੱਟ ਕੇ ਪਾਵਾਂਗੇ, ਠੀਕ ਹੈ। ਮੋਟਾ ਮੋਟਾ ਨਹੀਂ ਕੱਟ ਕੇ ਪਾਉਣਾ, ਤੁਸੀਂ ਕਿਸੇ ਵੀ ਚੌਪਰ 'ਚ ਪਾ ਕੇ ਵੀ ਇਹਨੂੰ ਚੌਪ ਕਰ ਸਕਦੇ ਹੋ। ਤੇ ਇਹਨੂੰ ਹੁਣ ਆਪਾਂ ਪਿਆਜ਼ ਨੂੰ ਪਾ ਕੇ ਥੋੜਾ ਜਿਹਾ ਹਲਕਾ ਹਲਕਾ ਜਿਹਾ ਆਪਾਂ ਇਹਨੂੰ ਫਰਾਈ ਕਰ ਲੈਣਾ, ਬਹੁਤਾ ਰੰਗ ਨਹੀਂ ਬਦਲਾਉਣਾ। ਬਸ ਜਿਵੇਂ ਵੇਖੋ ਕਿ ਪਿਆਜ਼ ਜਿਹੜਾ ਹਲਕਾ ਸੌਫਟ ਹੋ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਪਾ ਦੇਣੀਆਂ ਨੇ ਹਰੀਆਂ ਮਿਰਚਾਂ। ਤੇ ਤਕਰੀਬਨ 3 ਤੋਂ 4 ਜਾਂ 4-5 ਆਪਾਂ ਹਰੀਆਂ ਮਿਰਚਾਂ ਪਾਤੀਆਂ। ਹਰੀਆਂ ਮਿਰਚਾਂ ਪਾ ਕੇ ਇਹਨਾਂ ਨੂੰ ਵੀ ਆਪਾਂ ਕੁਛ ਦੇਰ ਵਾਸਤੇ ਭੁੰਨ ਲਵਾਂਗੇ ਇਹਨਾਂ ਪਿਆਜ਼ਾਂ ਦੇ ਨਾਲ ਹੀ। ਅੱਜ ਦੀ ਰੈਸਪੀ ਤੁਹਾਨੂੰ ਬੜੀ ਹੀ ਪਸੰਦ ਆਏਗੀ, ਕਿਉਂਕਿ ਅਸੀਂ ਇਹਨੂੰ ਅਕਸਰ ਹੀ ਬਣਾਉਂਦੇ ਹਾਂ ਤੇ ਇਹਦਾ ਤਰੀਕਾ ਵੀ ਬੜਾ ਵਧੀਆ ਤੇ ਬਣਦੀ ਵੀ ਬੜੀ ਹੀ ਮਜ਼ੇਦਾਰ ਹੈ। ਹੁਣ 1 ਚਮਚਾ ਅਦਰਕ ਤੇ ਲਸਣ ਜਿਹੜਾ ਸੀ ਨਾ ਉਹਨੂੰ ਮੈਂ ਚੰਗੀ ਤਰ੍ਹਾਂ ਕੁੱਟ ਕੇ ਰੱਖਿਆ ਸੀ, ਉਹ ਵੀ ਆਪਾਂ ਇਹਦੇ ਵਿੱਚ ਪਾ ਦਿੱਤਾ। ਪਾ ਕੇ ਇਹਨੂੰ ਵੀ ਆਪਾਂ ਭੁੰਨ ਲਵਾਂਗੇ। ਜਦੋਂ ਵੇਖੋ ਕਿ ਸਾਰੀਆਂ ਸ਼ਾਵਾਂ ਦੀ ਨਾ ਅਦਰਕ ਲਸਣ ਬੜਾ ਸੋਹਣਾ ਭੁੱਜ ਗਿਆ, ਸਾਰਿਆਂ ਦੀ ਬੜੀ ਸੋਹਣੀ ਖੁਸ਼ਬੂ ਆਉਣ ਡਈ ਹੈ ਨਾ, ਤੇ ਫਿਰ ਆਪਾਂ ਇਹਦੇ ਵਿੱਚ ਪਾ ਦੇਣੇ ਆ ਹੁਣ ਇਹਦੇ ਵਿੱਚ ਟਮਾਟਰ 2 ਸੀ, ਇਹਨਾਂ ਨੂੰ ਬਿਲਕੁਲ ਬਰੀਕ ਕੱਟ ਕੇ ਪਾਤਾ। ਇਹਨਾਂ ਨੂੰ ਕੱਟ ਕੇ ਨਾ ਪਾ ਕੇ ਹੁਣ ਆਪਾਂ ਇਹਨੂੰ ਵੀ ਥੋੜੀ ਦੇਰ ਵਾਸਤੇ ਭੁੰਨ ਲਵਾਂਗੇ। ਤੇ ਹਲੇ ਟਮਾਟਰਾਂ ਦੇ ਵਿੱਚ ਚੰਗਾ ਭਲਾ ਪਾਣੀ ਆ ਤੇ ਇਹਦੇ ਨਾਲ ਹੀ ਨਾ ਹੁਣ ਆਪਾਂ ਮਸਾਲੇ ਪਾ ਦੇਵਾਂਗੇ। ਤੇ ਪਹਿਲੋਂ ਤਾਂ ਮੈਂ ਨਮਕ ਪਾ ਦਿੱਤਾ ਤਕਰੀਬਨ ਅੱਧਾ ਚਮਚ, ਹਲਦੀ ਵੀ ਅੱਧਾ ਚਮਚ ਆ ਪਾਤੀ ਆ। ਉਸ ਤੋਂ ਬਾਅਦ ਲਾਲ ਮਿਰਚਾਂ ਵੀ ਪਾ ਦੇਵਾਂਗੇ। ਸਾਰੀਆਂ ਚੀਜ਼ਾਂ ਪਾਉਣ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਵਿੱਚ ਪਾਣੀ ਦਾ ਛਿੱਟਾ ਲਵਾਂਗੇ ਤਾਂ ਕਿ ਮਸਾਲੇ ਜਿਹੜੇ ਨੇ ਨਾ ਉਹ ਸਾਡੇ ਜਲਣ ਨਹੀਂ। ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ। ਤੇ ਇੰਨਾ ਕੁ ਆਪਾਂ ਇਹਨਾਂ ਨੂੰ ਭੁੰਨਾਂਗੇ ਨਾ ਕਿ ਜਿਹੜੀਆਂ ਮਿਰਚਾਂ ਹੁੰਦੀਆਂ ਨਾ ਕੱਚੀਆਂ ਜੀ, ਉਹਨਾਂ ਦੀ ਅਕਸਰ ਹਾਂਡੀ ਪਕਾਈ ਦੀ ਨਾ ਤੇ ਉਹਨਾਂ 'ਚ ਐਵੇਂ ਵਾੜ ਜੀ ਹੁੰਦੀ, ਤਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਵੋਗੇ ਨਾ ਤੇ ਫਿਰ ਬੜੀ ਸੋਹਣੀ ਹਾਂਡੀ ਤੁਹਾਡੀ ਬਣ ਕੇ ਤਿਆਰ ਹੋਗੀ। ਤੇ ਬਸ ਵੇਖੋ ਆ ਦੇਖ ਸਕਦੇ ਹੋ ਮਿਰਚਾਂ ਅਸੀਂ ਭੁੰਨ ਲਈਆਂ। ਹੁਣ ਥੋੜਾ ਜਿਹਾ ਮੈਂ ਵਿੱਚ ਪਾ ਦਿੱਤਾ ਧਨੀਆ, ਪਾ ਦਿਆ ਜੇ ਸੁੱਕਾ, ਥੋੜਾ ਜਿਹਾ ਜ਼ੀਰਾ ਪਾ ਦਿਆ ਜੇ ਤੇ ਇਹਦੇ ਨਾਲ ਹੋਰ ਸੋਹਣੀ ਖੁਸ਼ਬੂ ਆਏਗੀ। ਥੋੜਾ ਜਿਹਾ ਇਹਨੂੰ ਭੁੰਨ ਲਵਾਂਗੇ 1-2 ਮਿੰਟ। ਜਦੋਂ ਵੇਖੋ ਬੜੀ ਸੋਹਣੀ ਮਸਾਲਿਆਂ ਦੀ ਖੁਸ਼ਬੂ ਆਉਣ ਲੱਗ ਪਈ ਆ ਤੇ ਫਿਰ ਆਪਾਂ ਨਾ ਇਹਦੇ ਵਿੱਚ ਪਾਣੀ ਪਾਵਾਂਗੇ। ਹੁਣ ਪਾਣੀ ਜਿਹੜਾ ਤੁਸੀਂ ਥੋੜਾ ਵੀ ਪਾ ਸਕਦੇ ਹੋ, ਥੋੜਾ ਜਿਹਾ ਜ਼ਿਆਦਾ ਪਾਉਣਾ ਹੋਏ ਤਾਂ ਉਹ ਵੀ ਪਾ ਸਕਦੇ ਹੋ। ਤੇ ਤਕਰੀਬਨ ਮੈਂ ਤਾਂ ਇੱਥੇ ਜਿਹੜਾ ਪਾਣੀ ਨਾ ਤਕਰੀਬਨ 2 ਗਲਾਸ ਮੈਂ ਪਾਣੀ ਦੇ ਵਿੱਚ ਪਾਉਣ ਲਈ ਹੈ, ਠੀਕ ਹੈ। ਤੇ ਇਹ 2 ਗਲਾਸ ਪਾਣੀ ਪਾਉਣ ਤੋਂ ਬਾਅਦ ਨਾ ਹੁਣ ਆਪਾਂ ਇਹਨੂੰ ਕੱਜ ਕੇ ਰੱਖ ਦੇਵਾਂਗੇ। ਇੱਕ ਵਾਰੀ ਪਹਿਲਾਂ ਇਹਨੂੰ ਮਿਕਸ ਕਰ ਲਿਆ ਜਿਵੇਂ ਕਰਕੇ, ਉਸ ਤੋਂ ਬਾਅਦ ਆਪਾਂ ਇਹਨੂੰ ਕੱਜ ਕੇ ਰੱਖ ਦੇਵਾਂਗੇ। ਕੱਜ ਕੇ ਰੱਖਣ ਤੋਂ ਬਾਅਦ ਨਾ ਆਪਾਂ ਇਹਨੂੰ ਪਕਣ ਦੇਣਾ ਵਾ। ਤੇ ਤਕਰੀਬਨ ਜਦੋਂ ਵੇਖੋ ਨਾ ਤੇ ਇਸ ਪਾਣੀ ਦੇ ਵਿੱਚ 2 ਤੋਂ 3 ਉਬਾਲੇ ਆ ਗਏ ਨੇ ਨਾ, ਫਿਰ ਆਪਾਂ ਇਹਦੇ ਵਿੱਚ ਪਾਉਣਾ ਹੈ ਉਹੀ ਜਿਹੜੇ ਆਪਾਂ ਪਕੌੜੇ ਬਣਾ ਕੇ ਰੱਖੇ ਸੀ ਨਾ, ਮਸਾਲਾ ਜਿਹਾ ਵਾਲਾ ਅੰਡਿਆਂ ਦਾ ਤੇ ਵੇਸਣ ਦਾ, ਇਹਨੂੰ ਆਪਾਂ ਹੁਣ ਇਹਦੇ ਵਿੱਚ ਪਾਉਣਾ। ਤੇ ਪਾਉਣਾ ਤੁਸੀਂ ਐਵੇਂ ਉਬਲਦੇ ਪਾਣੀ 'ਚ ਪਾਉਣਾ, ਠੀਕ ਹੈ। ਠੰਡਾ ਪਾਣੀ ਨਾ ਕਰ ਲਿਆ ਜੇ, ਨਾ ਨੀਮ ਗਰਮ ਹੋਏ, ਬਸ ਐਵੇਂ ਉਬਲਦਾ ਹੋਵੇ। ਤੇ ਹੱਥ ਦੇ ਨਾਲ ਤੁਸੀਂ ਐਵੇਂ ਕਰਕੇ ਨਾ ਜਿਵੇਂ ਪਕੌੜੇ ਪਾਈਦੇ ਆ ਘਿਓ 'ਚ, ਉਵੇਂ ਤੁਸੀਂ ਪਾਈ ਜਾਓ। ਤੇ ਇੱਥੇ ਤੁਸੀਂ ਪਾਣੀ 'ਚ ਪਾਓਗੇ ਨਾ ਤਾਂ ਤੁਹਾਨੂੰ ਨਾ ਤਾਂ ਘਿਓ 'ਚ ਫਰਾਈ ਕਰਨੇ ਪੈਣਗੇ, ਨਾ ਬਹੁਤਾ ਘਿਓ ਹੀ ਖਾਣਾ ਪਏਗਾ, ਘਿਓ ਦਾ ਵੀ ਤੁਹਾਡੀ ਬਚਤ ਹੋ ਜਾਏਗੀ। ਤੇ ਐਵੇਂ ਬੜੀ ਸੋਹਣੀ ਰੈਸਪੀ ਬਣ ਜਾਂਦੀ ਆ। ਤੇ ਨਾ ਹੀ ਪਕੌੜੇ ਕੱਚੇ ਰਹਿੰਦੇ ਆ ਤੇ ਨਾ ਐਡਾ ਸੋਹਣਾ ਇਹਨਾਂ ਦਾ ਮਸਾਲਾ ਬਣ ਕੇ ਜਿਹੜਾ ਨਾ ਤਿਆਰ ਹੁੰਦਾ। ਤੇ 5 ਤੋਂ 7 ਮਿੰਟ ਬਾਅਦ ਜਦੋਂ ਤੁਸੀਂ ਦਰਮਿਆਨੀ ਅੱਗ 'ਤੇ ਇਹਨਾਂ ਨੂੰ ਇੱਕ ਸਾਈਡ ਪਕਾ ਲਓ, ਫਿਰ ਇਹਨਾਂ ਸਾਰਿਆਂ ਦੀ ਤੁਸੀਂ ਸਾਈਡਾਂ ਨੂੰ ਬਦਲਦੇ ਆ ਜੇ।
ਤੇ ਤੁਸੀਂ ਵੇਖੋਗੇ ਬਿਲਕੁਲ ਵੀ ਨਹੀਂ ਟੁੱਟਦੇ, ਬੜੇ ਸੋਹਣੇ ਬਣ ਕੇ ਤਿਆਰ ਹੁੰਦੇ ਨੇ। ਤੇ ਸਾਰਿਆਂ ਦੀ ਸਾਈਡਾਂ ਨੂੰ ਬਦਲਾਉਣ ਤੋਂ ਬਾਅਦ ਨਾ ਜਦੋਂ ਤੁਸੀਂ ਫਿਰ ਆਪਾਂ ਇਹਨਾਂ ਦੀ ਦੂਸਰੀ ਸਾਈਡ ਨੂੰ ਵੀ ਤਕਰੀਬਨ 5 ਤੋਂ 7 ਮਿੰਟ ਲਈ ਪਕਾ ਦੇਵਾਂਗੇ। ਤੇ ਇੱਥੇ ਤੁਹਾਨੂੰ ਲੱਗੇ ਗਰੇਵੀ ਘੱਟ ਹੈ ਨਾ, ਤਾਂ ਥੋੜ੍ਹਾ ਜਿਹਾ ਗਰਮ ਪਾਣੀ ਕਰਕੇ ਵਿੱਚ ਪਾ ਲਿਆ ਜੇ। ਤੇ ਆ ਦੇਖੋ ਦੂਸਰੀ ਸਾਈਡ ਨੂੰ ਵੀ ਅਸੀਂ 5 ਤੋਂ 7 ਮਿੰਟ ਪਕਾ ਲਿਆ। ਬੜਾ ਸੋਹਣਾ ਮਾਸ਼ਾਅੱਲਾ ਸਾਡਾ ਪਕੌੜਿਆਂ ਦਾ ਸਾਲਨ ਬਣ ਕੇ ਤਿਆਰ ਹੋ ਗਿਆ। ਥੋੜ੍ਹਾ ਧਨੀਆ ਪਾਵਾਂਗੇ, ਥੋੜ੍ਹੀ ਜਿਹੀ ਕਸੂਰੀ ਮੇਥੀ ਪਾ ਲਵਾਂਗੇ। ਤੇ ਪਾਉਣ ਤੋਂ ਬਾਅਦ ਹੁਣ ਇਹਨਾਂ ਸਾਰੀਆਂ ਸ਼ਾਵਾਂ ਨੂੰ ਆਪਾਂ ਬੜਾ ਸੋਹਣਾ ਜਿਹਾ ਮਿਕਸ ਕਰ ਲੈਣਾ। ਤੇ ਆਹ ਵੇਖੋ ਮਾਸ਼ਾਅੱਲਾ 5 ਮਿੰਟ ਲਈ ਮੈਂ ਦਮ ਲਾਇਆ ਸੀ। ਤੇ ਦਮ ਲਾਉਣ ਤੋਂ ਬਾਅਦ ਆ ਵੇਖੋ ਮਾਸ਼ਾਅੱਲਾ ਕਿੱਡੀ ਸੋਹਣੀ ਮਜ਼ੇਦਾਰ ਜੀ ਸਾਡੀ ਅੱਜ ਦੀ ਰੈਸਪੀ ਜਿਹੜੀ ਬਣ ਕੇ ਤਿਆਰ ਹੋ ਗਈ। ਤੇ ਜੇ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਪਸੰਦ ਆਵੇ ਨਾ, ਤੇ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਲਾਈਕ ਵੀ ਕਰਿਆ ਕਰੋ, ਸਬਸਕ੍ਰਾਈਬ ਵੀ ਕਰਿਆ ਕਰੋ। ਬੜੀ ਮਜ਼ੇਦਾਰ ਬਣਦੀ ਜੇ, ਜ਼ਰੂਰ ਬਣਾਇਆ ਜੇ। ਬਾਕੀ ਅੱਲਾਹ ਪਾਕ ਤੁਹਾਨੂੰ ਸਭ ਨੂੰ ਖੁਸ਼ ਰੱਖੇ, ਆਬਾਦ ਰੱਖੇ, ਦੁਆਵਾਂ ਯਾਦ ਰੱਖਿਆ ਜੇ। ਅੱਲਾਹ ਹਾਫਿਜ਼।